श्री वाहिगुरु साहिब जी। बिलावल की वार। महला चौथा। एक ओंकार सत गुर प्रसाद। सलोक महला चौथा। हर उत्तम हर प्रभ गाविया। कर नाद बिलावल राग। उपदेश गुरु सुन मन्निया। धुर मस्तक पूरा भाग। हर उत्तम हर प्रभ गाविया। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल शब्दा अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी। सुन सुन होवे परम गत मेरी। जलन बुझी शीतल हुए मनुआ। सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। श्री वाहिगुरु साहिब जी। बिलावल की वार। महला चौथा। वार दो सूरमियां दे मुकाबले का नाम है। ये जो वार है बिलावल दी राग दे विच बिलावल दी वार चौथे पातशाह श्री गुरु रामदास साहिब जी महाराज उच्चारण कर रहे हैं। इस वार दे विच गुरमुखां ते मनमुखां दा मुकाबला है। गुरमुखां दी जित अते मनमुखां दी हार है। वार नाम है वध वध के वार करन दा। जिहड़ा मोह है वो गुरमुखां दे वध के वार करदा है कि मैं इन्हां नूं अपने अधीन कर लवां। पर गुरु साहिब की कृपा नाल वो विवेक का शस्त्र लैके ढाल लैके मोह का मुकाबला करते हैं। इयों विवेक के मोह का मुकाबला है। विवेक की जित है अते मोह की हार है। एक ओंकार। एक अद्वितीय ब्रह्म ओंकार जो सर्वदा प्रकाशक है। सत गुर प्रसाद जो सतगुरां दी कृपा द्वारा प्राप्त हुंदा है। सलोक महला चौथा। चौथे पातशाह धन धन सतगुरु श्री गुरु रामदास साहिब जी महाराज ने यह पावन सलोक उस वक्त उचारिया। गुरु साहिब की हजूरी विच एक गवैये ने बड़ा सुंदर बिलावल राग गाया। गवैये तो बिलावल राग सुन के संगतां बहुत प्रसन्न हुईयां। सारियां नूं देश काल भुल गए। इन्ने आनंदित होए। उस वेले सिख सतगुरु नूं कहन लगे कि गवैये ने बड़ा सुंदर बिलावल राग गाया है। महाराज कहते हे भाई हरि उत्तम हर प्रभ गाविया। इस पुरख ने बिलावल राग दे शब्दां नूं कर नाद बिलावल राग। नाद वाजी दे नाल मजा के सारियां नूं हरे भरे करन वाले पापां दे हारक उत्तम श्रेष्ठ परमेश्वर का जस गाविया है।
ਇਸੇ ਪ੍ਰਕਾਰ ਹਰ ਉਤਮ ਹਰ ਪ੍ਰਭ ਗਾਵਿਆ। ਜਿਸ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਸ੍ਰੇਸ਼ਟ ਪਰਮੇਸ਼ਰ ਦਾ ਜਸ ਗਾਇਆ ਹੈ। ਕਰਨਾਦ ਬਿਲਾਵਲ ਰਾਗ ਉਸ ਦਾ ਬਿਲਾਵਲ ਰਾਗ ਨਾਦ ਸ਼ਬਦਾਂ ਵਿੱਚ ਗਾਇਆ ਹੋਇਆ ਸਫਲਾ ਹੈ। ਇਸੇ ਪ੍ਰਕਾਰ ਹਰ ਉਤਮ ਹਰ ਪ੍ਰਭ ਗਾਵਿਆ। ਜਿਸ ਹਰੀ ਪਰਮੇਸ਼ਰ ਦਾ ਜਸ ਸਭ ਤੋਂ ਉੱਤਮ ਸ੍ਰੇਸ਼ਟ ਹੈ ਅਤੇ ਜੋ ਪ੍ਰਭ ਸਰਬ ਕਲਾ ਸਮਰੱਥ ਪਰਮੇਸ਼ਰ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਕਰਨਾਦ ਬਿਲਾਵਲ ਰਾਗ ਜਿਸ ਨੇ ਗੁਰਾਂ ਦੁਆਰਾ ਉਹਦਾ ਜਸ ਗਾਵਿਆ ਹੈ, ਉਹਦੇ ਹਿਰਦੇ ਅੰਦਰ ਗੁਰ ਉਪਦੇਸ਼ ਦੁਆਰਾ ਪ੍ਰਭੂ ਪ੍ਰਾਪਤੀ ਵਾਲਾ ਰਾਗ ਪ੍ਰੇਮ ਅਤੇ ਬਿਲਾਵਲ ਆਨੰਦ ਪ੍ਰਾਪਤ ਹੋਇਆ ਹੈ। ਉਪਦੇਸ਼ ਗੁਰੂ ਸੁਣ ਮੰਨਿਆ। ਜਿਸ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਮੰਨਿਆ ਹੈ, ਧੁਰ ਮਸਤਕ ਪੂਰਾ ਭਾਗ ਉਸ ਦੇ ਤੁਰ ਆਦ ਜਨਮ ਤੋਂ ਲੈ ਕੇ ਮੱਥੇ ਦੇ ਪੂਰੇ ਸ੍ਰੇਸ਼ਟ ਭਾਗ ਕਰਮ ਹਨ। ਇਸੇ ਪ੍ਰਕਾਰ ਉਪਦੇਸ਼ ਗੁਰੂ ਸੁਣ ਮੰਨਿਆ। ਜਿਸ ਨੇ ਗੁਰੂ ਉਪਦੇਸ਼ ਨੂੰ ਸੁਣ ਕੇ ਮੰਨਣ ਕੀਤਾ ਹੈ, ਧੁਰ ਮਸਤਕ ਪੂਰਾ ਭਾਗ ਉਸ ਦਾ ਬਿਲਾਵਲ ਰਾਗ ਗਾਇਆ ਹੋਇਆ ਸਫਲ ਹੈ। ਪਰੰਤੂ ਗੁਰੂ ਉਪਦੇਸ਼ ਨੂੰ ਉਹਨੇ ਕਮਾਇਆ ਹੈ ਜਿਸ ਦੇ ਤੁਰੋਂ ਮੱਥੇ ਦੇ ਪੂਰਨ ਸ਼੍ਰੋਮਣੀ ਭਾਗ ਕਰਮ ਹਨ। ਸਭ ਦਿਨ ਸਰੈਣ ਗੁਣ ਉਚਰੈ। ਉਹ ਪੁਰਖ ਜ਼ਿੰਦਗੀ ਦੇ ਸਾਰੇ ਦਿਨਾਂ ਅਤੇ ਰਾਤਾਂ ਨੂੰ ਪਰਮੇਸ਼ਰ ਦੇ ਗੁਣ ਉਚਾਰਦਾ ਰਹਿੰਦਾ ਹੈ। ਹਰ ਹਰ ਉਰਲੀ ਬਲਾਗ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਰ ਪਰਮੇਸ਼ਰ ਨਾਲ ਚਿੱਤ ਦੀ ਬਿਰਤੀ ਲਗਾਈ ਰੱਖਦਾ ਹੈ। ਜਾਂ ਹਰੀ ਪਰਮੇਸ਼ਰ ਦੇ ਹਰ ਹਰ ਨਾਮ ਵਿੱਚ ਹਿਰਦੇ ਦੀ ਬਿਰਤੀ ਲਗਾਈ ਹੈ ਉਸਨੇ। ਸਭ ਤਨ ਮਨ ਹਰਿਆ ਹੋਇਆ। ਉਸ ਪੁਰਖ ਦਾ ਸਾਰਾ ਤਨ ਸਰੀਰ ਵੀ ਔਗਣਾ ਤੋਂ ਰਹਿਤ ਹੋ ਕੇ ਸ਼ੁਭ ਗੁਣਾ ਰੂਪੀ ਹਰਿਆਵਲਤਾ ਦੀ ਸਹਿਤ ਪ੍ਰਫੁੱਲਤ ਹੋ ਗਿਆ ਹੈ। ਮਨ ਖਿੜਿਆ ਹਰਿਆ ਬਾਗ ਅਤੇ ਮਨ ਹਿਰਦਾ ਵੀ ਆਤਮਕ ਆਨੰਦ ਦੀ ਪ੍ਰਾਪਤੀ ਕਰਕੇ ਹਰਿਆ ਭਰਿਆ ਹੋ ਗਿਆ ਹੈ। ਜਿਵੇਂ ਬਾਗ ਬਗੀਚਾ ਹਰਿਆਵਲਤਾ ਦੀ ਸਹਿਤ ਖਿੜਿਆ ਹੁੰਦਾ ਹੈ, ਤਿਵੇਂ ਮੰਨਣਾ ਕਰੋ ਕਿ ਉਸ ਦਾ ਮਨ ਰੂਪ ਬਗੀਚਾ ਸ਼ੁਭ ਗੁਣਾਂ ਦੀ ਹਰਿਆਵਲਤਾ ਦੀ ਸਹਿਤ ਆਨੰਦ ਦੇ ਵਿੱਚ ਖਿੜਿਆ ਹੋਇਆ ਹੈ। ਇਸੇ ਪ੍ਰਕਾਰ ਸਭ ਤਨ ਮਨ ਹਰਿਆ ਹੋਇਆ। ਉਸ ਦਾ ਸਾਰਾ ਤਨ ਮਨ ਸ਼ੁਭ ਗੁਣਾਂ ਦੀ ਹਰਿਆਵਲਤਾ ਦੀ ਸਹਿਤ ਹਰਾ ਭਰਾ ਹੋ ਗਿਆ ਹੈ। ਮਨ ਖਿੜਿਆ ਹਰਿਆ ਬਾਗ ਹਰ ਉਸ ਦਾ ਹਿਰਦਾ ਸ਼ੁਭ ਗੁਣਾਂ ਦੀ ਹਰਿਆਵਲਤਾ ਅਤੇ ਸ਼੍ਰੋਮਣੀ ਪਰਮੇਸ਼ਰ ਦੀ ਆਨੰਦ ਦਾ ਮਨੋ ਬਾਗ ਹੀ ਖਿੜ ਗਿਆ ਹੈ। ਇਸੇ ਪ੍ਰਕਾਰ ਸਭ ਤਨ ਮਨ ਹਰਿਆ ਹੋਇਆ। ਉਸ ਪਰਮੇਸ਼ਰ ਦਾ ਮਨ ਮੰਨਣ ਕਰਕੇ ਉਸ ਦਾ ਮਨ ਤਨ ਸ਼ੁਭ ਗੁਣਾਂ ਦੀ ਹਰਿਆਵਲਤਾ ਦੀ ਸਹਿਤ ਹਰਾ ਭਰਾ ਹੋਇਆ ਹੈ। ਇਸੇ ਪ੍ਰਕਾਰ ਸਭ ਤਨ ਮਨ ਹਰਿਆ ਹੋਇਆ। ਉਸ ਦਾ ਮਨ ਇਉਂ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਖਿੜ ਗਿਆ ਹੈ। ਮਨ ਖਿੜਿਆ ਹਰਿਆ ਬਾਗ ਜਿਵੇਂ ਬਗੀਚਾ ਹਰਿਆਵਲਤਾ ਦੀ ਸਹਿਤ ਖਿੜਿਆ ਹੁੰਦਾ, ਇਉਂ ਬਾਗ ਦੀ ਤਰ੍ਹਾਂ ਉਹਨਾਂ ਦਾ ਮਨ ਗੁਰੂ ਚਰਨਾਂ ਨਾਲ ਮਿਲ ਕੇ ਖਿੜ ਗਿਆ ਹੈ। ਅਗਿਆਨ ਅੰਧੇਰਾ ਮਿਟ ਗਿਆ। ਉਸ ਦਾ ਅਵਿਦਿਆ ਰੂਪ ਹਨੇਰਾ ਨਾਸ਼ ਹੋ ਗਿਆ ਹੈ। ਗੁਰ ਚਾਨਣ ਗਿਆਨ ਚਿਰਾਗ ਕਿਉਂਕਿ ਉਸ ਦੇ ਹਿਰਦੇ ਵਿੱਚ ਗੁਰ ਸਤਿਗੁਰਾਂ ਨੇ ਗਿਆਨ ਰੂਪ ਦੀਵੇ ਦਾ
ਚਾਨਣ ਪ੍ਰਕਾਸ਼ ਕਰ ਦਿੱਤਾ ਹੈ। ਜਨ ਨਾਨਕ ਜੀਵੈ ਦੇਖ ਹਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਹਰੀ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਵੇਖ ਕੇ ਹੀ ਆਤਮਿਕ ਜੀਵਨ ਵੱਲ ਜਿਉਂਦੇ ਹਨ। ਇੱਕ ਨਿਮਖ ਘੜੀ ਮੁਖ ਲਾਗ। ਇੱਕ ਛਿਨ ਮਾਤਰ ਅਤੇ ਘੜੀ ਘੜੀ ਵਿੱਚ ਪਰਮੇਸ਼ਰ ਦੇ ਸਨਮੁਖ ਲੱਗੇ ਰਹਿੰਦੇ ਹਨ। ਇਸੇ ਪ੍ਰਕਾਰ ਇੱਕ ਨਿਮਖ ਘੜੀ ਮੁਖ ਲਾਗ। ਜੇਕਰ ਇੱਕ ਘੜੀ ਵਿੱਚੋਂ ਇੱਕ ਖਿਨ ਮਾਤਰ ਵੀ ਪਰਮੇਸ਼ਰ ਦੇ ਸਨਮੁਖ ਚਿੱਤ ਲੱਗ ਜਾਵੇ ਤਾਂ ਜਾਂ ਨਾਨਕ ਜੀਵੈ ਦੇਖ ਹਰ। ਮਹਾਰਾਜ ਫਰਮਾਉਂਦੇ ਨੇ ਕਿ ਗੁਰਮੁਖ ਜਨਾਂ ਦਾ ਪਰਮੇਸ਼ਰ ਦੇ ਦੀਦਾਰ ਵੇਖ ਕੇ ਆਤਮਿਕ ਜੀਵਨ ਵੱਲ ਜਿਉਣਾ ਹੋ ਜਾਂਦਾ ਹੈ। ਮਹਲਾ ਤੀਜਾ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣ ਆਵੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਬਿਲਾਵਲ ਤਬ ਹੀ ਕੀਜੀਐ। ਇਹ ਭਾਈ ਤਦੋਂ ਹੀ ਬਿਲਾਵਲ ਰਾਗ ਨੂੰ ਆਨੰਦ ਦੇ ਸਹਿਤ ਗਾਇਨ ਕਰੀਦਾ ਹੈ। ਇਸੇ ਪ੍ਰਕਾਰ ਬਿਲਾਵਲ ਤਬ ਹੀ ਕੀਜੀਐ। ਤਬ ਆਤਮਕ ਬਿਲਾਵਲ ਆਨੰਦ ਪ੍ਰਾਪਤ ਕਰੀਦਾ ਹੈ। ਜਬ ਮੁਖ ਹੋਵੈ ਨਾਮ। ਜਦੋਂ ਪ੍ਰਤੱਖ ਜਾਂ ਅੰਤਿਕਰਨ ਰੂਪ ਮੁਖੜੇ ਵਿੱਚ ਪਰਮੇਸ਼ਰ ਦਾ ਨਾਮ ਹੋਵੇ। ਰਾਗ ਨਾਦ ਸ਼ਬਦ ਸੋਹਣੇ। ਰਾਗ ਗਾਏ ਹੋਏ ਤੇ ਨਾਦ ਵਾਜੇ ਵਜਾਏ ਹੋਏ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤਦ ਹੀ ਸ਼ੋਭਦੇ ਹਨ। ਇਸੇ ਪ੍ਰਕਾਰ ਰਾਗ ਨਾਦ ਸ਼ਬਦ ਸੋਹਣੇ। ਰਾਗ ਪ੍ਰੇਮ ਵਾਲੇ ਤੇ ਨਾਦ ਸ਼ਬਦ ਦੀ ਕਮਾਈ ਵਾਲੇ ਜਾਂ ਰਾਗ ਪ੍ਰੇਮ ਕਰਨ ਵਾਲੇ ਤੇ ਨਾਦ ਬ੍ਰਹਮ ਦੀ ਪ੍ਰਾਪਤੀ ਵਾਲੇ ਗਿਆਨ ਨੂੰ ਕਥਨ ਕਰਨ ਵਾਲੇ ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਤਦ ਹੀ ਸ਼ੋਭਦੇ ਹਨ। ਜਾ ਲਾਗੈ ਸਹਿਜ ਧਿਆਨ। ਜਦ ਗਿਆਨ ਸਰੂਪ ਦੇ ਵਿੱਚ ਧਿਆਨ ਲੱਗ ਜਾਵੇ ਜਾਂ ਜਦ ਸੁਤੇ ਸਿੱਧ ਹੀ ਪ੍ਰਭੂ ਚਰਨਾਂ ਵਿੱਚ ਧਿਆਨ ਲੱਗ ਜਾਂਦਾ ਹੈ। ਰਾਗ ਨਾਦ ਛੋੜ ਹਰ ਸੇਵੀਐ। ਇਹ ਭਾਈ ਜਦ ਰਾਗਾਂ ਦਾ ਤੇ ਵਾਜਿਆਂ ਦਾ ਹਿਸਾਬ ਕਿਤਾਬ ਛੱਡ ਕੇ ਵਾਹਿਗੁਰੂ ਦਾ ਸੇਵਨ ਕਰੀਏ, ਭਜਨ ਕਰੀਏ। ਇਸੇ ਪ੍ਰਕਾਰ ਰਾਗ ਨਾਦ ਛੋੜ ਹਰ ਸੇਵੀਐ। ਜਦ ਦੁਨੀਆ ਦੇ ਰਾਗ ਮੋਹ ਅਤੇ ਉਸਤਤ ਨਿੰਦਿਆ ਦੇ ਨਾਦ ਸ਼ਬਦ ਇਹ ਤਿਆਗ ਕੇ ਹਰੀ ਪਰਮੇਸ਼ਰ ਨੂੰ ਸੇਵਨਾ ਅਰਾਧਨਾ ਕਰੀਏ ਤਾ ਦਰਗਹ ਪਾਈਐ ਮਾਨ। ਤੇ ਤਾਂ ਹੀ ਪਰਮਾਤਮਾ ਦੀ ਸੱਚੀ ਨਿਆਈ ਸਭਾ ਵਿੱਚ ਆਦਰ ਮਾਣ ਸਤਿਕਾਰ ਪਾਈਦਾ ਹੈ। ਨਾਨਕ ਗੁਰਮੁਖ ਬ੍ਰਹਮ ਵਿਚਾਰੀਐ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਹ ਭਾਈ ਗੁਰਮੁਖਾਂ ਦੀ ਸੰਗਤ ਕਰਕੇ ਆਤਮਿਕ ਸਰੂਪ ਨੂੰ ਵਿਚਾਰ ਨਾ ਕਰੀਏ। ਚੁਕੈ ਮਨ ਅਭਿਮਾਨ। ਤਾਂ ਮਨ ਹਿਰਦੇ ਦੇ ਅੰਦਰੋਂ ਦੇਹ ਦਾ ਅਭਿਮਾਨ ਹੰਕਾਰ ਚੁੱਕਿਆ ਜਾਂਦਾ, ਨਿਵਰਤ ਹੋ ਜਾਂਦਾ ਹੈ। ਜਾਂ ਇਸੇ ਪ੍ਰਕਾਰ ਚੁਕੈ ਮਨ ਅਭਿਮਾਨ। ਜਦ ਮੁਖੀ ਗੁਰਾਂ ਦੁਆਰਾ ਮਨ ਦੇ ਵਿੱਚੋਂ ਹੰਕਾਰ ਚੁੱਕਿਆ ਜਾਵੇ ਤਾਂ ਨਾਨਕ ਬ੍ਰਹਮ ਵਿਚਾਰੀ ਹੈ। ਤਾਂ ਹੀ ਬ੍ਰਹਮ ਨੂੰ ਗੁਰੂ ਸਾਹਿਬ ਕਥਨ ਕਰਦੇ ਵਿਚਾਰੀਦਾ ਹੈ। ਪੌੜੀ ਇਹ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਉਚਾਰ ਰਹੇ ਨੇ। ਤੂੰ ਹਰ ਪ੍ਰਭ ਆਪ ਅਗੰਮ ਹੈ। ਇਹ ਸਰਬ ਕਲਾ ਸਮਰੱਥ ਪਰਮੇਸ਼ਰ ਤੂੰ ਆਪ ਗਮਤਾ ਤੋਂ ਰਹਿਤ ਹੈ। ਸਭ ਤੁਧ ਉਪਾਇਆ। ਅਤੇ ਤੂੰ ਆਪ ਹੀ ਸਾਰਾ ਸੰਸਾਰ ਪੈਦਾ ਕੀਤਾ ਹੈ। ਤੂੰ ਆਪੇ ਆਪ ਵਰਤਦਾ। ਇਹ ਪਰਮੇਸ਼ਰ ਤੂੰ ਆਪਣਾ ਆਪ ਰੂਪ ਹੋ ਕੇ ਹੀ
ਸਾਰਿਆਂ ਜੀਵਾਂ ਦੇ ਵਿੱਚ ਵਰਤ ਰਿਹਾ ਹੈ। ਸਭ ਜਗਤ ਸਬਾਇਆ, ਅਰੇ ਜੋ ਸਾਰਾ ਜਗਤ ਸੰਸਾਰ ਹੈ ਉਹ ਸਬਾਇਆ ਸਾਰਾ ਤੇ ਅੰਦਰੋਂ ਹੀ ਆਇਆ ਹੋਇਆ ਹੈ। ਜਾਂ ਇਸੇ ਪ੍ਰਕਾਰ ਤੂੰ ਆਪੇ ਆਪ ਵਰਤਦਾ, ਇਹ ਸਾਰੇ ਜਗਤ ਵਿੱਚ ਤੂੰ ਆਪ ਹੀ ਵਿਆਪਕ ਹੈ। ਜਾਂ ਇਹ ਵਾਹਿਗੁਰੂ ਤੂੰ ਆਪੇ ਆਪ ਵਰਤਦਾ, ਸਾਰੇ ਜਗਤ ਵਿੱਚ ਆਪ ਹੀ ਆਪ ਤੂੰ ਵਰਤਾਰਿਆ ਹੈ। ਸਭ ਜਗਤ ਸਬਾਇਆ, ਜੋ ਸਭ ਆਇਆ ਸਾਰਾ ਜਗਤ ਆਇਆ ਹੋਇਆ ਹੈ। ਇਹ ਸਾਰੇ ਜਗਤ ਵਿੱਚ ਆਪ ਜੀ ਦਾ ਜਸ ਆਇਆ ਹੋਇਆ ਹੈ। ਸਾਰਿਆਂ ਵਿੱਚ ਤੂੰ ਹੀ ਆਇਆ ਹੋਇਆ ਹੈ। ਤੁਧ ਆਪੇ ਤਾੜੀ ਲਾਈਐ, ਤੂੰ ਆਪ ਹੀ ਗਿਆਨਵਾਨ ਹੋ ਕੇ ਤਾੜੀ ਨਾਮੇ ਸਮਾਧੀ ਲਗਾਈ ਹੈ। ਆਪੇ ਗੁਣ ਗਾਇਆ, ਅਤੇ ਆਪ ਹੀ ਅਧਿਕਾਰੀ ਰੂਪ ਹੋ ਕੇ ਗੁਣਾਂ ਨੂੰ ਗਾਉਣਾ ਕੀਤਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਸੋ ਆਪੇ ਬਹੁ ਰੰਗੁਲਾ, ਸਖੀਏ ਮੇਰਾ ਲਾਲ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਹਾਉ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪੇ ਬਹੁ ਰੰਗੁਲਾ, ਸਖੀਏ ਮੇਰਾ ਲਾਲ। ਇਉਂ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੋਂ ਜੋਤ ਤੇਰੀ ਜਗ ਜੀਵਨ, ਤੂੰ ਕਟ ਕਟ ਹਰ ਰੰਗ ਰੰਗਣਾ। ਸਾਰਿਆਂ ਦੇ ਵਿੱਚ ਤੇਰੀ ਹੀ ਜੋਤ ਆਈ ਹੋਈ ਹੈ ਤੇ ਸਾਰੇ ਤੇਰੇ ਨਾਮ ਰੰਗ ਦੇ ਵਿੱਚ, ਪ੍ਰੇਮ ਰੰਗ ਦੇ ਵਿੱਚ, ਤੇਰੇ ਹੁਕਮ ਦੇ ਰੰਗ ਦੇ ਵਿੱਚ ਰੰਗੇ ਹੋਏ ਹਨ। ਸੋ ਇਉਂ ਮਹਾਰਾਜ ਸੱਚੇ ਪਾਤਸ਼ਾਹ ਜਲ ਤਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਦ ਹੋਏ ਪਸਰਿਆ, ਨਾਨਕ ਏਕ ਓੰਕਾਰ। ਮਾਝ ਮਹੱਲਾ ਪੰਜਵਾ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਇਹ ਵਾਹਿਗੁਰੂ ਤੂੰ ਹੀ ਤੂੰ ਹੈ, ਤੇਰੀ ਕੁਦਰਤ ਸ਼ਕਤੀ ਤੋਂ, ਤੇਰੀ ਮਾਇਆ ਤੋਂ, ਤੇਰੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਆਪੇ ਗੁਣ ਗਾਇਆ, ਜਿਉ ਬੁਲਾਵੇ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅਸੀਂ ਨਹੀਂ ਗਾ ਰਹੇ, ਹੇ ਵਾਹਿਗੁਰੂ ਤੂੰ ਆਪ ਹੀ ਆਪਣੇ ਗੁਣਾਂ ਨੂੰ ਗਾ ਰਿਹਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਆਪ ਹੀ ਸੱਚੇ ਪਾਤਸ਼ਾਹ ਸੰਗਤ ਰੂਪ ਹੈ, ਖਾਲਸਾ ਰੂਪ ਹੈ। ਆਪ ਦੇ ਗੁਣਾਂ ਨੂੰ ਆਪ ਹੀ ਸੰਗਤ ਦੀ ਰਾਹੀਂ ਗਾ ਰਿਹਾ ਹੈ। ਹਰ ਧਿਆਵਹੁ ਭਗਤਹੁ ਦਿਨ ਸਰਾਤ। ਇਸ ਤਰ੍ਹਾਂ ਸਮਝ ਕੇ हे ਪਰਮੇਸ਼ਰ ਦੇ ਪਿਆਰੇ ਭਗਤੋ, हे ਪ੍ਰੇਮੀ ਜਨੋ, ਦਿਨ ਅਤੇ ਰਾਤ, ਰਾਤ ਨਾ ਵੇਖੋ ਤੇ ਦਿਨ ਨਾ ਵੇਖੋ। ਜਦੋਂ ਤੁਹਾਡਾ ਦਿਲ ਕਰਦਾ ਹੈ, ਕਈ ਸੋ ਦਿਨੇ ਵੇਲੇ ਹੁੰਦੇ ਨੇ, ਰਾਤ ਨੂੰ ਕੰਮ ਤੇ ਜਾਂਦੇ ਨੇ, ਕਈ ਦਿਨੇ ਕੰਮ ਕਰਦੇ ਤੇ ਸ਼ਾਮ ਨੂੰ ਥੋੜਾ ਫ੍ਰੀ ਹੁੰਦੇ। ਜਦੋਂ ਵੀ ਤੁਸੀਂ ਫ੍ਰੀ ਹੋਵੋ, ਤੁਹਾਡਾ ਚਿੱਤ ਕਰੇ ਦਿਨ ਨਾ ਵੇਖੋ ਰਾਤ ਨਾ ਵੇਖੋ। ਮਹਾਰਾਜ ਦੇ ਨਾਮ ਦਾ ਕੋਈ ਟਾਈਮ ਨਹੀਂ ਹੈ, ਜਦੋਂ ਵੀ ਤੁਹਾਡਾ ਜੀ ਕਰਦਾ। ਸੋ ਉਸ ਵਕਤ ਇਹ ਭਗਤੋ, ਇਹ ਸੰਤੋ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਵੋ। ਜੇ ਤੁਸੀਂ ਦਿਨ ਅਤੇ ਰਾਤ ਜੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੋਗੇ, ਅੰਤ ਲਈ ਛਡਾਇਆ, ਤਾਂ ਹਰ ਜੁਗ ਜੁਗ ਭਗਤੀ ਉਪਾਇਆ। ਪੈਜ ਰੱਖਦਾ ਆਇਆ RAM ਰਾਜੇ, ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਬੈਠਦੇ,
ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ। ਅੰਤ ਨੂੰ ਵਾਹਿਗੁਰੂ ਜਮਾਂ ਤੋਂ ਛਡਾ ਲਵੇਗਾ। ਉਸ ਵਾਹਿਗੁਰੂ ਨੂੰ ਅਰਾਧੀ ਦਾ ਹੀ ਇਸ ਵਾਸਤੇ ਹੈ ਕਿਉਂਕਿ ਜ਼ਿੰਦਗੀ ਤਾਂ ਔਖੀ ਸੌਖੀ ਲੰਘਦੀ ਹੀ ਜਾਂਦੀ ਹੈ, ਪਰ ਜਦੋਂ ਮੌਤ ਹੋਣੀ ਹੈ, ਕਬੀਰ ਜੀ ਕਹਿੰਦੇ ਕਬੀਰ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਤੇ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕਰੀਬ ਕਰੀਬ ਵੇਖਿਆ ਵੀ ਜਿਹੜੇ ਗੁਰਦੁਆਰੇ ਆਉਂਦੇ, ਸੰਗਤ 'ਚ ਹਾਜ਼ਰੀ ਭਰਦੇ, ਨਿਤਨੇਮ ਕਰਦੇ ਨੇ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰ ਲੈਂਦੇ, ਉਹ ਜਦ ਵੀ ਰੱਬ ਦੇ ਬੁਲਾਵੇ ਤੇ ਪਰਲੋਕ ਗਮਨ ਕਰਦੇ ਨੇ ਤੇ ਉਹ ਇਸ਼ਨਾਨ ਪਾਣ ਕਰਕੇ ਨਿਤਨੇਮ ਕਰਕੇ ਹੀ ਤੁਰਦੇ ਹਨ। ਕਿਉਂਕਿ ਸੁਭਾਅ ਹੀ ਹੁੰਦਾ ਹੈ ਕਿ ਇਸ਼ਨਾਨ ਪਾਣ ਕਰਕੇ ਨਿਤਨੇਮ ਕਰਕੇ ਫਿਰ ਕੋਈ ਦੂਸਰਾ ਕੰਮ ਕਰਨਾ, ਇਹ ਮਹਾਰਾਜ ਨੂੰ ਵੀ ਪਤਾ ਹੀ ਹੈ। ਇਸ ਲਈ ਖਾਸ ਕਰਕੇ 12 ਵਜੇ ਰਾਤ ਬਾਅਦ ਤੇ ਫਿਰ ਹੀ ਗੁਰਮੁਖ ਚਾਲਾ ਮਾਰਦੇ ਹਨ, ਆਮ ਤੌਰ ਤੇ ਵੇਖਣ ਵਿੱਚ ਆਇਆ ਹੈ। ਤੇ ਇਸ ਵਾਸਤੇ हे ਵਾਹਿਗੁਰੂ ਅਕਾਲ ਪੁਰਖ ਪਰਮਾਤਮਾ, ਪੌੜੀ ਆਪੇ ਧਰਤੀ ਆਪੇ ਹੈ ਰਾਹ। ਤੂੰ ਆਪ ਹੀ ਧਰਤੀ ਹੈ, ਆਪ ਹੀ ਜ਼ਿਮੀਂਦਾਰ ਵਾਹੁਣ ਵਾਲਾ ਹੈ, ਆਪ ਜਮਾਏ ਪੀ ਸਾਵੈ, ਆਪ ਹੀ ਅੰਨ ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ। ਜੇ ਮਹਾਰਾਜ ਦਾ ਹੁਕਮ ਨਾ ਹੋਵੇ ਤਾਂ ਖੇਤੀ ਉੱਗ ਨਹੀਂ ਸਕਦੀ। ਜੇ ਉੱਗੀ ਹੋਈ ਹੈ ਉਹ ਫਲੀਭੂਤ ਨਹੀਂ ਹੋ ਸਕਦੀ। ਜੇ ਫਲੀਭੂਤ ਹੋਈ ਹੈ ਤੇ ਕੋਈ ਰੱਬ ਨਾ ਕਰੇ ਵਿਘਨ ਪੈ ਜਾਏ, ਮਹਾਰਾਜ ਨੂੰ ਨਾ ਪਾਏ ਤੇ ਉਹ ਕਰ ਨਹੀਂ ਆ ਸਕਦੀ। ਇੰਝ ਆਪ ਪਕਾਵੇ ਆਪ ਭਾਂਡੇ ਦੇ ਪਰੋਸੈ, आप ही जिमीदार है, आप ही धरती है, आप ही वाहण वाला है, आपे ही बीजन वाला, आपे ही खेती है, आपे पकाउण वाला, आपे पियाउण वाला। फिर आप ही उन्होंने पकाउंदा है प्रसादी आदि अन्न पकाउंदा है अग दे उपर, ते आप ही भांडे दे के वरताउंदा भी आप ही है, आपे ही बै खावे ते आप ही बैठ के पंगत विच खाण वाला भी तू आप ही है। श्री गुरु अमरदास महाराज सच्चे पातशाह जद श्री गोविंदवाल साहब लंगर चला रहे सन तां संगत नूं 36 प्रकार दे भोजन वरताउंदे। नित नवीं आइटमां बनदियां, कोई मिठा की कोई लूण वाला की। अकबर बादशाह आया, उन्हें भी पंगत विच बैठ के बहुत सुंदर भोजन खाधा। जद उन्हें महाराज की थाली विच झाती मारी ते साध संगत जी उहदे विच दलिया सीगा। इतिहास विच ओगरा आया, ओगरा ओगरा नाम दलीए दा है, जिहदे च ना लूण ना मिठा ते कोई उहदा स्वाद नहीं। अलूणा ओगरा महाराज खांदे सन। संगत नूं 36 प्रकार दे भोजन छकाउणे ते आप दलिया खाना। वो बादशाह कहन लगा सच्चे पातशाह है तुसी क्यों नहीं छकदे? महाराज कहंदे मैं छकदा तां है। ते कहंदे जी किवें छकदे हो, तुहाडा तां अलूणा दलिया। गुरु महाराज कहंदे आ वेख भाई, उन्हें मंग के प्रसाद भी लिया, कहंदा मैनूं आप दा सीत प्रसाद दिओ। महाराज कहंदे लै इहनूं तूं छक के देख। जद उन्हें छकिया तो उहदे विचों इन्ना स्वाद आया। कई बार आ जिहड़ा साग आदक है, सरों इन्नी मिठास वाली हुंदी भी बिना ही लूण दे मिठे तो सुंदर लगदी है। आ जिहड़ी दुध दी खीर हुंदी है
बनी होवे सही तरीके नाल, दुध चौल रिन के सही तरीके नाल बनाई होवे, खंड पाउण दी लोड़ ही नहीं, दुध तां आप ही मिठा। तो इंज गुरु साहब के दलीए दे विचों इन्नी उन्होंने मिठास, इन्ना रस आया, सारे भोजनां दे स्वाद आए। फिर महाराज ने मुख खोल के दिखाया, महाराज कहंदे आ वेख जो संगत खांदी है वो मैनू भोग लगता है। गज के आखो सतनाम श्री वाहिगुरू। तो आपे ही बह खावे, आप ही छकन वाला, आपे जल, आपे दे शिंगार, आप ही जल दिंदा ते शिंगा हुंदा है वो तीला जिहा, एक तो कन्ना च मारी दा रूम वाला, वो प्लास्टिक का लेना चाहिए है जिहड़ा कन्ना च मारना होवे। अजकल वो लकड़ के तीले जे कन्ना वाले मिलते ने, उन्होंने जे भुलेखे ना भी गया तो सुट दिओ, किते भुलेखे नाल जोर दी वज गया फिर कन्ना नूं नुकसान करदा। जिहड़ा दंदा च मारन वाला हुंदा वो सख्त हुंदा है, कन्ना वाला नरम होना चाहिए प्लास्टिक का रूम वाला, जिहड़ा दंदा वाला उहदे अगे रूह नहीं लगा हुंदा, वो लकड़ के छोटे छोटे तीले हुंदे ने। ते पुरानियां माइयां दा उन्हां की करना, गल दे विच खंडा कृपान छोटा जिहा पाया हुंदा सी, उन्हां वो दंदा च मार लग पैना। ये गुरु साहब की कृपान की बेदबी है, जिहड़ी महाराज की निशानी है, जिहड़ी श्री साहब है, ये गुरु साहब की रसना मनी गई है। जिहड़ा छोटा खंडा कृपान गल दे विच कईयां बच्चियां दे कईयां बजुर्गां ने पाया हुंदा, उहनूं दंदा च नहीं मारना। दंदा च मारन वाला तीला होर हुंदा है, उहनूं कहिंदे शिंगा। आप ही महाराज जल दिंदा है। चुली करन तों बाद भी कई बार दंदां दे विच भोजन फसिया होया कढ़ना पैंदा, वो शिंगा नाल निकलदा अन कढ़न वाला तीला। ते आप आपे चुली भरावे, आप ही चुली कराउंदा है, आपे संगत सद बहल। गुरुद्वारा साहब आप ही संगत नूं आवाज़ां मार के बुला करके सद के ते बिठाल दिंदा है कि बैठो भाई, तुहानूं कीर्तन सुनाइए, कथा सुनाइए, गुरबाणी का पाठ सुनाइए। आपे विदा करावे ते आप ही कहना भी जाओ घरां नूं। गुरु साहब श्री गुरु अमरदास जी ने सब तो पहला जोड़ मेला श्री बौली साहब की चठ वक्त गोइंदवाल साहब बुलाया, चिट्ठियां भेज के संगतां नूं आख्या भी आओ। उंज संगतां आपकी मर्जी नाल आउंदियां, मर्जी नाल जांदियां। गुरु गोबिंद सिंह साहब जी ने अमृत छकाउण तो पहला 1699 की विसाखी नूं चिट्ठियां भेज के इंज ही संगतां आनंदपुर बुलाईयां। फिर गुरु साहब ने भरी संगत दे विचों 5 प्यारिਆਂ की चोण की। इउं जोड़ मेले गुरु घर दे विच प्रारंभ होए। होला महला ते पुन्ने अजे भी उत्थे गोंदवाल साहब लगदी है, मसिया तरनताਰਨ साहब भरदी है, संगरांद ते मसिया हरमंदर साहब भी बहुत भारी संगत, ते बाबा बुढ़ा साहब के स्थान दे भी इंज आप ही तू संगत नूं सद के बिठाउंदा है ते आप ही विदा कर दिंदा है। जिसनों कृपाल होवे हरि आपे, हे हरि जिस दे उपर तू आप कृपालु हुंदा है, तिसनों हुक्म मनावे, तिसनों तू आप दा हुक्म मनाउंदा है। तो दी आपे ताड़ी लाई है, आपे गुण गाया, तू आप ही समाधि लाउणा, आप दे गुणां नूं आप ही गा रिहा। इसलिए हे संतो ते भगतो तुसीं महाराज दा आसरा लवो। मन दे विच मान ना करो, हंकार ना करो कि आपां अमृत वेले उठदे हां, आपां नितनेम करदे हां, आपां बाणी पढ़दे हां, आपां नाम जपदे हां। इंज निमरता दे विच समझो कि करण कराउण वाला करण करावण करना है हार, इसके हाथ कहां विचार। कई बार आप अनभोल ही कहते हैं जी आप अमृत नहीं छक सकते, क्यों साढ़े को रहत नहीं रहनी, रहत आप थोड़ो रखनी है। जद आप अमृत छक लेंदे आ ते शहीदी पैरे गुरु वालों लग जाते हैं। जी महाराज का आसरा लईए, सच्चे पातशाह आप ही रहत रखाउंदे ने, आप ही करण कराउण वाले। इसलिए अरदास जरूरी है।
तो गुरु साहब आप कृपा करते हैं। इसलिए संतो ते भगतो तुसी उद्यम करो, ढेरी ना ढाओ। उद्यम कर हर जापना, वड भागी तन खाड़। संत संग हर सिमरना, मल जन्म जन्म की काट। ते दिन ना वेखो रात ना वेखो। इत्थे वेखो कितना लाइटिंग सिस्टम है, रात का पता ही नहीं। तो दिन रात का मतलब है कंटिन्यू। संत बनना है तो जिन्ना सास गिरास न विसर, हर नामा मन मंत। धन से नानक पूरन सोई संत। आ ट्रक ड्राइवर वेखो, खास करके तुरदे ही रात नूं ने, उन्होंने सौण साण का पता ही नहीं। किते बहुता ज़्यादा थक जान फिर किते पासे ला के ते 2 घंटे तो बाद सौंदे नहीं। तो इंज जिन्हें संत बनना है, कुछ प्राप्त करना है। आ साडे बच्चे वेखो रात के 2-2 बजे तक पढ़ते रहंदे ने, पेपर जू ने। पहलां तो 8वीं ते 10वीं बोर्ड की हुंदी, हुण सारे ही बोर्ड दे ही नहीं। तो मीडियम अंग्रेजी जो साडे वस दा रोग नहीं। सो रिन्ने देश पंजाब दे विच बोली मां बोली साडी पंजाबी है, पढ़नी अंग्रेजी पैंदी है। वो वक्त पिया होया नियाणियां नूं, एक आईलैट्स ने दिमाग घुमाया होया। तो इस वास्ते वो ही नहीं साह लेंदी ते बार बार पेपर दिओ, फिर किते जाके बच्चे कामयाब हुंदे हन। वो कमले गोरे। तो इस वास्ते बोली जो उन्हां दी है सीखनी पैंदी होई है। मैं तो कई बार कच्छा झाज दे के खलो जाना ते आखी दा भी समझ नहीं आई। मतलब असीं अंग्रेजी बोलीए, तुसीं पंजाबी सीखो। 2 मिनट उन्होंने जनाई दा ते उहदे तो बाद फिर एक अद्धी गल करके ते खेड़ा छड़ाई दा। तो कई बार असीं बिहारी लोकां नाल हिंदी बोलण लग पैंदे आ। तो कोशिश करिए उन्हां नूं भी पता लगे भी साडी बोली की है। 2 मिनट तो महसूस कराओ, आप दी बोली च गल करो ताकि उन्हां नूं महसूस होवे। तो इस वास्ते जब उन्होंने पता लग जाए भी इन्हां दी बोली ये है, तो फिर 2 हरफी गल निबेड़ के माड़ी मोटी गल समझा के खेड़ा छड़ाइए। सो कहण दा भाव ये है कि जिहड़ा काम सानू आउंदा भी नहीं, उहदे ते भी आपां मेहनत करके ते कामयाब हो जांदे आ। रब दे नाम वालों ढेरी ढा के बैठ जांदे आ। आखे जी जाप साहब नहीं आउंदा ते श्री सुखमनी साहब दा साडे कोल समा नहीं है ते सानू संथिया दा टाइम नहीं लगा जी, गुरबाणी दी समझ नहीं आउंदी जी। किड्डी क वड्डी गल है। साडी आप दी पंजाबी मां बोली दे विच महाराज ने गुरमुखी अखर इन्हां च सानू प्रभु दा ज्ञान बख्शिश कीता है। ते पंजाब दे विच जन्म लैके पंजाबी पढ़ के भी आपां ये बहाने लाउंदे आ। मैं तो समझदा भी जे गुरु साहब ने लिखिया है कि सब तो वड्डे भाग गुरसिखां के, जो गुर चरनी सिख पढ़ते हैं, तो फिर सब तो माड़े भाग तो उन्हां दे ने जो सब कुछ कर करा के महाराज की बख्शिश लैके ते फिर भी गुरबाणी वाले पासे आपदा चित नहीं जोड़ते। इसलिए बचपन तो ही आपदा सुभाव बनाइए। बच्चियां नूं गुरु महाराज सच्चे पातशाह जी की बाणी का नितनेम नाम सिमरन वाले पासे जोड़िए। उन्हां को टाइम ज़्यादा हुंदा, जिम्मेवारी हुंदी कोई नहीं। वो तो गोल्डन जुबली है ते मुड़ के तो लोहा जुबली भी नहीं रहिंदी। मत्था मारी जाओ, वो टाइम ही हुंदा है, उम्र हुंदी है। ते फिर सचमुच ही शरीर भी जवाब दे दिंदा भी समझ कित्थों आउणी है। जे सिर ही दर्द होने लग पिया, अखां चों पानी, ते बुरे हाल मुश्किल पै जाती, गोडियां तो बैठा नहीं जाता, ते लोहा जुबली भी खत्म हो जाती। ते बचपन तो गोल्डन जुबली है, सुनहरी मौका जो वाहिगुरु अकाल पुरख वालों कोई जिम्मेवारी नहीं है, कोई फिक्र नहीं है, ते खुला समा है। तो इस वास्ते जे चित जुड़ जाए तो चढ़दी कला होवे। बाबा जोगिंदर सिंह जी रोडियां वाले, उन्हें आपदे सुपुत्र बाबा जरनैल सिंह जी
5ਵੀਂ ਕਲਾਸ ਦੇ ਵਿਦਿਆਰਥੀ। ਬਸਤਾ ਸੁੱਟਿਆ, ਨਿਆਣਿਆਂ ਦਾ ਕੰਮ ਹੁੰਦਾ, ਚਲੋ ਬਈ ਖੇਡਣ ਚੱਲੀਏ। ਬਾਬਾ ਜੀ ਕਹਿੰਦੇ ਕਿੱਥੇ ਚੱਲੇ ਆ ਜਰਨੈਲ ਸਿੰਘ? ਕਹਿੰਦੇ ਜੀ ਖੇਡਣ ਚੱਲੇ ਆ। ਕਹਿੰਦੇ ਵੀ ਇਸ ਤਰ੍ਹਾਂ ਉਮਰ ਨਹੀਂ ਗੁਜ਼ਾਰੀ ਦੀ, ਮਹਾਂਪੁਰਖਾਂ ਦੀ ਆਪਾਂ ਸੰਗਤ ਕਰਦੇ ਆ, ਤੂੰ ਜਪਜੀ ਸਾਹਿਬ ਦੇ ਪਾਠ ਕਰਿਆ ਕਰ, ਐਵੇਂ ਵਿਹਲਾ ਟਾਈਮ ਨਾ ਗੁਜ਼ਾਰਿਆ ਕਰ। ਤੇ ਬਸਤਾ ਰੱਖ, ਹੱਥ ਮੂੰਹ ਧੋ, ਜੋ ਰੋਟੀ ਪਾਣੀ ਜਲ ਪਾਣੀ ਛਕਣਾ ਛਕ ਕੇ ਤੇ ਜਪਜੀ ਸਾਹਿਬ ਦੇ ਪਾਠ ਕਰ। ਵੱਡੇ ਸੰਤਾਂ ਦਾ ਕਹਿੰਦੇ ਬਚਨ ਹੈ ਕਿ ਜਿਹੜਾ 25 ਪਾਠ ਜਪਜੀ ਸਾਹਿਬ ਦੇ ਡੇਲੀ ਕਰੇ ਉਹ ਬ੍ਰਹਮ ਗਿਆਨੀ ਬਣ ਜਾਂਦਾ। ਤੂੰ ਬ੍ਰਹਮ ਗਿਆਨੀ ਬਣਨਾ ਕਿ ਨਹੀਂ? ਕਹਿੰਦੇ ਜੀ ਹਾਂ ਬਾਬਾ ਜੀ। ਕਹਿੰਦੇ ਫਿਰ ਪਾਠ ਕਰਿਆ ਕਰ, 5 ਤੋਂ ਸ਼ੁਰੂ ਕਰ। ਇਉਂ 5, ਫਿਰ ਦੂਜੇ ਦਿਨ 11, ਤੀਸਰੇ ਦਿਨ 25 ਤੇ ਚੌਥੇ ਦਿਨ 31, ਫਿਰ 41, ਫਿਰ 51, ਫਿਰ ਅੱਗੇ ਦੀ ਅੱਗੇ 101 ਪਾਠਾਂ ਦਾ ਨਿਤਨੇਮ ਬਣਾਇਆ ਤੇ ਅੱਜ ਤੱਕ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਇਉਂ ਬਾਣੀ ਦੀ ਬਹੁਤ ਬੜੀ ਤਾਕਤ ਹੈ। ਪਾਤਸ਼ਾਹ ਜੀ ਕਥਨ ਕਰਦੇ ਹਨ, ਹਰ ਧਿਆਵਹੁ ਭਗਤਹੁ ਦਿਨ ਸਰਾਤ। ਕਈ ਵਾਰ ਆਪਾਂ ਭੋਲੀ ਕਹਿ ਦਿੰਦੇ ਆ, ਵੇਖੋ ਜੀ ਆਪਾਂ ਕਿਵੇਂ ਇਹ ਕੰਮ ਕਰ ਸਕਦੇ ਹਾਂ, ਆਪਾਂ ਕਿਵੇਂ ਭਗਤ ਬਣ ਸਕਦੇ ਹਾਂ, ਆਪਾਂ ਕਿਵੇਂ ਸੰਤ ਬਣ ਸਕਦੇ ਹਾਂ। ਗੁਰੂ ਸਾਹਿਬ ਨੇ ਉਦਾਹਰਣ ਦਿੱਤੀ ਹੈ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਇਆ ਸਹਿਨਾਈ। ਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਖਿਆ ਵੀ ਦਿਨੇ ਆਪਦਾ ਕੰਮ ਕਰਦਾ ਸੀਗਾ ਤੇ ਰਾਤੀ ਰਾਜ ਦੁਆਰੇ ਜਾਈ। ਇਹ ਬਿਦ ਸੁਣ ਕੇ ਜੱਟ ਉਠ ਭਗਤੀ ਲੱਗਾ। ਧੰਨਾ ਭਗਤ ਜੱਟ ਜਾਤ ਨਾਲ ਸੰਬੰਧਿਤ ਸੀ, ਜਿਹਨੂੰ ਕੋਈ ਵੀ ਸਮਝ ਨਹੀਂ ਸੀ ਧਰਮ ਬਾਰੇ। ਜਦ ਉਹਨੇ ਕਬੀਰ ਸਾਹਿਬ ਰਵਿਦਾਸ ਸਾਹਿਬ ਜੀ ਦਾ ਨਾਮ ਸੁਣਿਆ ਕਿ ਰਵਿਦਾਸ ਤੇ ਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ, 5ਵੇਂ ਪਾਤਸ਼ਾਹ ਨੇ ਇਹਨਾਂ ਸਾਰਿਆਂ ਦੇ ਨਾਮ ਦਰਜ ਕੀਤੇ ਨੇ। ਮਹੱਲਾ 5। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮ ਕੋਸ਼ੀਪੁਰੋ, ਹੋਇਓ ਲਾਖੀਣਾ। ਬੁਨਾ ਤਨਨਾ ਤਿਆਗ ਕੇ, ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ, ਭਇਓ ਗੁਣੀ ਗਹੀਰਾ। ਸੈਨ ਨਾਈ ਬਤਕਾਰੀਆਂ, ਉਹ ਕਰ ਕਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾ ਮੈਂ ਘਣਿਆ। ਇਹ ਬਿਦ ਸੁਣ ਕੇ ਜਾਠਰੋ, ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਬੜ ਭਾਗਾ। ਧੰਨਾ ਵੱਡੇ ਭਾਗਾਂ ਵਾਲਾ ਬਣ ਗਿਆ ਜਦ ਉਹਨੇ ਭਗਤਾਂ ਸੰਤਾਂ ਦੇ ਨਾਮ ਸੁਣੇ, ਉਹਨਾਂ ਨੂੰ ਭਗਤੀ ਕਰਦਿਆਂ ਵੇਖਿਆ ਕਿ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ। ਧੰਨੇ ਦੇ ਮਨ ਵਿੱਚ ਵੀ ਉਤਸ਼ਾਹ ਆਇਆ। ਕਹਿੰਦੇ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਇਆ ਸੈਣ ਨਾਈ। ਨਾਈ ਜਾਤ ਨਾਲ ਸੰਬੰਧਿਤ ਸੈਣ ਭਗਤ ਜੀ, ਜਦ ਕਬੀਰ ਦਾ ਪ੍ਰਤਾਪ ਸੁਣਿਆ ਉਹ ਵੀ ਸਿੱਖ ਬਣ ਗਿਆ। ਪ੍ਰੇਮ ਭਗਤ ਰਾਤੀ ਕਰੈ, ਭਲਕੈ ਰਾਜ ਦੁਆਰੇ ਜਾਈ। ਰਾਤ ਨੂੰ ਪ੍ਰੇਮਾ ਭਗਤੀ ਕਰਦੇ ਤੇ ਫਿਰ ਰਾਜ ਦੁਆਰੇ ਜਾ ਕੇ ਭਗਤ ਸੈਣ ਜੀ ਰਾਜੇ ਦੀ ਮਾਲਸ਼ ਕਰਦੇ। ਆਏ ਸੰਤ ਪ੍ਰਾਹੁਣ, ਕੀਰਤਨ ਹੁਆ ਰਹਿਣ ਸੁਭਾਈ। ਸਾਧ ਸੰਗਤ ਜੀ ਉਹ ਇੱਕ ਵਾਰ ਸੰਤ ਪ੍ਰਾਹੁਣੇ ਆ ਗਏ। ਕਹਿਣ ਦਾ ਭਾਵ ਕਿ ਸੰਗਤ ਸਾਧੂਆਂ ਦੀ ਮੰਡਲੀ ਸੈਣ ਭਗਤ ਜੀ ਦੇ ਘਰ ਆਣ ਕੇ ਉਤਰ ਗਈ ਤੇ ਉਹਨਾਂ ਨੂੰ ਰਾਜੇ ਦੀ ਸੇਵਾ ਭੁੱਲ ਗਈ, ਸੇਵਾ 'ਚ ਬਿਜ਼ੀ ਹੋ ਗਏ। ਕੀਰਤਨ ਹੁਆ ਰਹਿਣ ਸੁਭਾਈ। ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਉਹਨਾਂ ਨੂੰ ਯਾਦ ਹੀ ਨਹੀਂ ਆਇਆ। ਰਾਜੇ ਨੂੰ ਕੋਈ ਬਿਮਾਰੀ ਸੀਗੀ ਤੇ ਭਗਤ ਸੈਣ ਜੀ ਦੀ ਸੇਵਾ ਲੱਗੀ ਹੋਈ ਸੀ। ਤਿਲ ਫੁੱਲ ਰਾਜੇ ਵੱਲੋਂ ਮਿਲਦਾ ਹੋ ਤੇ ਉਹ ਆਪਦੀ ਸੇਵਾ, ਜੋ ਵੀ ਉਹਨਾਂ ਦਾ ਕਰਮ, ਰਾਜੇ ਦੀ ਮਾਲਸ਼ ਕਰਦੇ, ਰਾਜੇ ਨੂੰ ਸੁੱਖ ਬੜਾ ਮਿਲਦਾ। ਤੇ ਅੱਜ ਉਹ ਗਿਆ ਹੀ ਨਹੀਂ। ਜਿਸ ਵਕਤ ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵਕ ਮਾਈ। ਇਹਨਾਂ ਦਿਲ ਲੱਗਾ ਕਿ ਚੇਤਾ ਹੀ ਨਹੀਂ ਆਇਆ, ਸੰਤਾਂ ਨੂੰ ਛੱਡ ਹੀ ਨਹੀਂ ਸਕਿਆ। ਜਿਹੜਾ ਰਾਜਾ ਸੀ ਉਹਦੀ ਮਾਲਸ਼ ਕਰਨ ਵਾਸਤੇ ਅੱਜ ਉਹ ਨਹੀਂ ਗਿਆ। ਸੈਣ ਰੂਪ ਹਰ ਜਾਇ ਕੈ। ਭਗਤ ਸੈਣ ਜੀ ਉੱਥੇ ਕੀਰਤਨ ਸੁਣ ਰਹੇ ਨੇ, ਅਰਦਾਸ ਵਿੱਚ ਸ਼ਾਮਲ ਨੇ। ਮਹਾਰਾਜ ਨੇ ਸੋਚਿਆ
ਵੀ ਚੱਲ ਆਪਾਂ ਵਿਹਲਿਆਂ ਕੀ ਕਰਨਾ। ਉਹ ਸੈਣ ਦਾ ਰੂਪ ਧਾਰ ਕੇ ਉਹ ਆਪ ਹੀ ਚਲੇ ਗਏ ਰਾਜੇ ਕੋਲ ਕਿ ਇਹਨਾਂ ਦੀ ਡਿਊਟੀ ਹੁਣ ਮੈਂ ਕਰਦਾ। ਆਇਆ ਰਾਣੇ ਨੂੰ ਰੀਝਾਈ, ਇਹੋ ਜਿਹੀ ਮਾਲਸ਼ ਕੀਤੀ ਸੁੰਦਰ ਤਰੀਕੇ ਨਾਲ ਕਿ ਰਾਜੇ ਦੀ ਸਾਰੀ ਬਿਮਾਰੀ ਚੁੱਕਦੀ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ। ਜਿਸ ਵਕਤ ਦਿਨ ਚੜ੍ਹੇ ਸਾਧੂ ਵਿਦਾ ਹੋਏ, ਫਿਰ ਉਹਨੂੰ ਚੇਤਾ ਆਇਆ ਵੀ ਉਹ ਮੈਂ ਤਾਂ ਰਾਜੇ ਦੀ ਮਾਲਸ਼ ਕਰਨ ਵਾਸਤੇ ਅੱਜ ਗਿਆ ਹੀ ਨਹੀਂ, ਤੇ ਭੱਜਾ ਗਿਆ। ਉਧਰੋਂ ਰਾਜਾ ਇਸ਼ਨਾਨ ਕਰਕੇ ਸੋਹਣੀ ਬੜੀ ਪੋਸ਼ਾਕ ਪਾ ਕੇ, ਜਿਹੜੇ ਮਹਾਰਾਜੇ ਸ਼ਹਿਨਸ਼ਾਹ ਹੁੰਦੇ ਨੇ ਉਹਨਾਂ ਦੀ ਇਹ ਨਿਸ਼ਾਨੀ ਹੁੰਦੀ ਹੈ। ਇੱਕ ਤਾਂ ਸਾਡੇ ਆਪਣੇ ਨਾਰਮਲ ਪਰਸਨਲ ਵਸਤਰ ਹੁੰਦੇ ਨੇ, ਇੱਕ ਜਦੋਂ ਸਭਾ ਦੇ ਵਿੱਚ ਦਰਸ਼ਨ ਦਿੰਦੇ ਨੇ ਉਹ ਉੱਪਰਲਾ ਜਿਹੜਾ ਚੋਗਾ ਹੁੰਦਾ ਉਹ ਇੱਕ ਵਿਸ਼ੇਸ਼ ਕਿਸਮ ਦਾ ਹੁੰਦਾ ਹੈ, ਜੋ ਕੇਵਲ ਸਭਾ ਦੇ ਵਿੱਚ ਜਾਣ ਲੱਗਿਆਂ ਹੀ ਉਹ ਪਹਿਨਿਆ ਕਰਦੇ। ਜਦੋਂ ਸਭਾ ਨੂੰ ਦਰਸ਼ਨ ਦਿੰਦੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਡਾ ਸਭ ਤੋਂ ਉੱਤਮ ਸਥਾਨ ਹੈ। ਸਿੰਘ ਸਾਹਿਬ ਉੱਪਰ ਦੀ ਲੋਈ ਨਹੀਂ ਲੈ ਸਕਦੇ, ਕੋਈ ਕੋਟੀ ਨਹੀਂ ਪਾ ਸਕਦੇ, ਕੋਈ ਸਵੈਟਰ ਨਹੀਂ ਪਾ ਸਕਦੇ, ਕੋਈ ਕੋਟ ਨਹੀਂ ਪਾ ਸਕਦੇ। ਉਹਨਾਂ ਦਾ ਇੱਕ ਸਪੈਸ਼ਲ ਚੋਗਾ ਹੈ। ਜਦੋਂ ਦਰਸ਼ਨੀ ਡਿਊਟੀ ਤੋਂ ਅੰਦਰ ਐਂਟਰ ਕਰਦੇ ਜਾਂ ਪਰਿਕਰਮਾ ਦੇ ਵਿੱਚ ਆਪ ਦੇ ਚਰਨ ਰੱਖਦੇ ਨੇ, ਉਦੋਂ ਹੀ ਉਹ ਚੋਗਾ ਪਹਿਨਦੇ ਹਨ। ਗੁਰੂ ਸਾਹਿਬ ਦੀ ਹਜ਼ੂਰੀ ਦੀ ਉਹ ਸਪੈਸ਼ਲ ਪੋਸ਼ਾਕ ਹੈ, ਉਹ ਜਿਹੜੇ ਰਾਜੇ ਮਹਾਰਾਜੇ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ। ਤੇ ਜਦੋਂ ਆਪ ਦਾ ਸੋਹਣਾ ਲਿਸ਼ਕਵਾਂ ਚੋਗਾ ਪਾ ਕੇ ਸਭਾ ਦੇ ਵਿੱਚ ਜੇ ਆਇਆ ਹੀ, ਤੇ ਸੈਨ ਨੇ ਆਪ ਦੀ ਗਲਤੀ ਮੰਨ ਕਰਕੇ ਭੱਜਾ ਗਿਆ। ਵਿਚਾਰਾ ਘਬਰਾਇਆ ਹੋਇਆ ਵੀ ਇਹਨੇ ਮੈਨੂੰ ਨੌਕਰੀ ਤੋਂ ਕੱਢ ਦੇਣਾ। ਜਾ ਕੇ ਹੱਥ ਜੋੜ ਕੇ ਜਦੋਂ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਜੀ ਮੈਨੂੰ ਮਾਫ ਕਰੋ, ਮੇਰੇ ਕੋ ਰਾਤ ਸੇਵਾ 'ਚ ਆਇਆ ਨਹੀਂ ਗਿਆ। ਸਾਧੂਆਂ ਦੀ ਮੰਡਲੀ ਆ ਗਈ ਸੀ ਤੇ ਉਹਨਾਂ ਦੀ ਸੇਵਾ ਦੇ ਵਿੱਚ ਮੈਨੂੰ ਯਾਦ ਭੁੱਲ ਗਿਆ। ਕਹਿਣ ਲੱਗਾ ਵੀ ਤੂੰ ਇਹ ਗੱਲ ਕੀ ਕਰ ਰਿਹਾ, ਤੂੰ ਤਾਂ ਹੁਣੇ ਹੀ ਮੇਰੇ ਪਾਸੋਂ ਗਿਆ ਸੀ ਤੇ ਹੁਣੇ ਫਿਰ ਭੱਜਾ ਆ ਗਿਆ। ਤੂੰ ਤਾਂ ਸਾਰੀ ਰਾਤ ਇੰਨੀ ਸੋਹਣੀ ਮਾਲਿਸ਼ ਕੀਤੀ ਕਿ ਤੂੰ ਮੇਰੀ ਬਿਮਾਰੀ ਚੁੱਕਤੀ। ਅੱਜ ਤੋਂ ਬਾਅਦ ਮੈਨੂੰ ਮਾਲਿਸ਼ ਦੀ ਹੁਣ ਜ਼ਰੂਰਤ ਹੀ ਨਹੀਂ ਹੈ। ਇੰਨੇ ਸੁੰਦਰ ਤਰੀਕੇ ਨਾਲ ਮਾਲਿਸ਼ ਕੀਤੀ। ਉਹ ਰਾਜਾ ਇੰਨਾ ਖੁਸ਼ ਹੋਇਆ, ਰਾਣੇ ਦੂਰੋਂ ਸਦਕੇ ਆਉਂਦਿਆਂ ਸਾਰੀ ਉਹਨੂੰ ਮੋਢਿਆਂ ਤੋਂ ਫੜਿਆ। ਜਦ ਝੁਕਣ ਲੱਗਾ ਤੇ ਕੁੱਟ ਕੇ ਉਹਨੇ ਗਲਵੱਕੜੀ ਪਾ ਲਈ, ਆਪ ਦੀ ਛਾਤੀ ਨਾਲ ਲਾ ਕੇ ਬਹੁਤ ਜ਼ਿਆਦਾ ਉਹਦਾ ਸਤਿਕਾਰ ਕੀਤਾ। ਤੇ ਮਹਾਰਾਜਿਆਂ ਦਾ ਇਹ ਸੁਭਾਅ ਹੁੰਦਾ ਸੀ, ਜੇ ਤੇ ਪ੍ਰਸੰਨ ਹੁੰਦੇ ਉਹਨੂੰ ਆਪ ਦਾ ਬਸਤਰ ਬਖਸ਼ਦੇ ਸਨ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਪ ਜਾਂਦੇ ਹੋ, ਆਮ ਗੁਰੂ ਘਰਾਂ ਦੀ ਇਹ ਮਰਜ਼ਾਦਾ ਹੈ ਕਿ ਜਦ ਵੀ ਸੰਗਤ ਅਖੰਡ ਪਾਠ ਸਾਹਿਬ ਕਰਾਉਂਦੀ ਜਾਂ ਸੁਖਮਨੀ ਸਾਹਿਬ ਜਾਂ ਕੋਈ ਗੁਰਮੁਖ ਸੇਵਾ ਕਰਦੇ ਨੇ ਜਾਂ ਕੋਈ ਵਿਸ਼ੇਸ਼ ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਵਾਸਤੇ ਮੱਥਾ ਟੇਕਣ ਆਉਂਦਾ ਤਾਂ ਉਹਨੂੰ ਗੁਰੂ ਘਰ ਵੱਲੋਂ ਨੀਲੇ ਰੰਗ ਦਾ ਸਿਰੋਂ ਪਾਓ ਜਾਂ ਪੀਲੇ ਰੰਗ ਦਾ ਸਿਰੋਂ ਪਾਓ ਗਲ ਵਿੱਚ ਪਾਇਆ ਜਾਂਦਾ। ਜੇ ਕੋਈ ਸਾਧੂ ਮਹਾਤਮਾ ਚੜ੍ਹਾਈ ਕਰ ਜਾਏ, ਉਹਨਾਂ ਦੀ ਜਗ੍ਹਾ ਤੇ ਕਿਸੇ ਨੂੰ ਗੱਦੀ ਦੇਣੀ ਹੋਏ ਤੇ ਫਿਰ ਉਹਨੂੰ ਦਸਤਾਰ ਬੰਨੀ ਦੀ ਹੈ। ਜਾਂ ਕਿਸੇ ਦਾ ਕੋਈ ਬਜ਼ੁਰਗ ਚੜ੍ਹਾਈ ਕਰ ਜਾਏ, ਉਹ ਦਸਤਾਰ ਬੰਦੀ ਪਗੜੀ ਦੀ ਰਸਮ ਬੋਲਦੇ ਨੇ ਲੋਕ। ਸੱਚਖੰਡ ਹਜ਼ੂਰ ਸਾਹਿਬ ਦੀ ਮਰਜ਼ਾਦਾ ਵੀ ਉਹ ਗਲ 'ਚ ਪਰਨਾ ਨਹੀਂ ਪਾਉਂਦੇ। ਕੋਈ ਵੀ ਕਥਾ ਕੀਰਤਨ ਕਰੀਏ ਜਾਂ ਕੋਈ ਵਿਸ਼ੇਸ਼ ਉਹਨਾਂ ਦੀ ਖੁਸ਼ੀ ਹੋਵੇ ਤਾਂ ਆਉਣ ਲੱਗਿਆਂ ਜਦੋਂ ਵਿਦਾ ਕਰਦੇ ਨੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਰੁਮਾਲੇ ਸਾਹਿਬ ਹੁੰਦੇ ਨੇ, ਮਹਾਰਾਜ ਦੀ ਅੰਗ ਲੱਗੇ ਸਪੈਸ਼ਲ ਦਰਜੀ ਉੱਥੇ ਹੈ। ਸੇਵਾਦਾਰ ਗਾਤਰੇ ਵੀ ਰੁਮਾਲਿਆਂ ਦੇ ਪਹਿਨਦੇ ਹਨ ਤੇ ਜਿਹੜਾ ਸਿਰੋਂ ਪਾਉ ਹੈ ਉਹ ਪੋਸ਼ਾਕ ਪਾਉਂਦੇ ਨੇ ਮਹਾਰਾਜ ਦੇ ਰੁਮਾਲਿਆਂ ਦੀ, ਆਪ ਖਲੋ ਕੇ ਗਲ 'ਚ ਪਾ ਕੇ। ਤੇ ਜੇ ਬਹੁਤੇ ਪ੍ਰਸੰਨ ਹੋਣ ਵਿਸ਼ੇਸ਼ ਤੌਰ ਤੇ ਫਿਰ ਦਸਤਾਰ ਵੀ ਬੰਨ੍ਹਦੇ ਹਨ। ਇਹ ਮਹਾਰਾਜਿਆਂ ਦੀ ਮਰਜ਼ਾਦਾ ਸੀਗੀ। ਭਗਤ ਸੈਣ ਜੋ ਨਾਈ ਜਾਤ ਨਾਲ ਸੰਬੰਧਿਤ ਸਨ, ਰਾਜੇ ਨੇ ਆਪ ਦੇ ਗਲੋਂ ਜਿਹੜਾ ਚੋਗਾ ਉੱਪਰ ਦੀ ਪਾਇਆ ਹੋਇਆ ਸੀ ਉਹ ਖੋਲ ਕੇ ਸੈਣ ਨਾਈ ਨੂੰ ਪਹਿਨਾ ਕੇ ਤੇ ਸਾਧ ਸੰਗਤ ਜੀਓ ਆਪ ਦੇ ਬਰਾਬਰ ਦਾ ਸਤਿਕਾਰ ਦਿੱਤਾ। ਰਾਣੇ ਦੂਰੋਂ ਸਦਕੇ ਗਲੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹੂੰ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ। ਰਾਜਾ ਕਹਿਣ ਲੱਗਾ
ਸਾਰੀ ਲੋਕਾਈ ਨੇ ਸੁਣਿਆ ਕਿ ਅੱਜ ਤੂੰ ਮੈਨੂੰ ਆਪਦੇ ਅਧੀਨ ਕਰ ਲਿਆ, ਤੂੰ ਮੇਰੀ ਬਿਮਾਰੀ ਖਤਮ ਕਰ ਦਿੱਤੀ। ਪ੍ਰਗਟ ਕਰੇ ਭਗਤ ਵਡਿਆਈ। ਸੈਨਾਈ ਬੜਾ ਹੈਰਾਨ ਹੋਇਆ, ਉਹਨੂੰ ਪਤਾ ਲੱਗ ਗਿਆ, ਮਹਿਸੂਸ ਹੋਇਆ ਵੀ ਮੈਂ ਤਾਂ ਆਇਆ ਨਹੀਂ, ਇਹ ਕੌਤਕ ਭਗਵਾਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ ਵੀ ਅੱਜ ਤੋਂ ਬਾਅਦ ਹੁਣ ਸਾਰੇ ਕੰਮ, ਸਾਰੀਆਂ ਨੌਕਰੀਆਂ ਛੱਡੀਆਂ ਤੇ ਹੁਣ ਮਹਾਰਾਜ ਦੀ ਨੌਕਰੀ ਕਰਾਂਗੇ। ਉਸ ਤੋਂ ਬਾਅਦ ਭਗਤ ਸੈਣ ਜੀ ਭਗਤੀ ਕਰਨ ਦੇ ਵਿੱਚ ਲੱਗੇ, ਭਗਤ ਬਣੇ ਪ੍ਰਭੂ ਪਰਮਾਤਮਾ ਦੇ। ਸਾਰੇ ਕਾਰਜ ਉਹਨਾਂ ਨੇ ਤਿਆਗ ਦਿੱਤੇ, ਮਨ ਦੇ ਵਿੱਚ ਵਿਰਾਗ ਧਾਰਨ ਕਰਕੇ ਕੇਵਲ ਭਗਤੀ ਦਾ ਹੀ ਆਸਰਾ ਲਿਆ। ਜਦ ਸਾਧ ਸੰਗਤ ਜੀਓ ਨਾਈ ਜਾਤ ਨਾਲ ਸੰਬੰਧਿਤ ਗੁਰਮੁਖਾਂ ਨੂੰ ਬੁਲਾਈਦਾ ਤੇ ਉਹਨਾਂ ਨੂੰ ਰਾਜੇ ਕਹਿ ਕੇ ਬੁਲਾਈਦਾ ਹੈ। ਉਸ ਦਿਨ ਤੋਂ ਉਹਨਾਂ ਦੀ ਅਲ ਰਾਜੇ ਪਈ ਹੈ। ਜਿਸ ਤਰ੍ਹਾਂ ਕਬੀਰ ਪੰਥੀ ਨੇ, ਰਵਿਦਾਸੀਏ ਹਨ, ਇੰਜ ਭਗਤ ਸੈਣ ਜੀ ਨੇ ਨਾਈ ਜਾਤ ਨੂੰ ਸਤਿਕਾਰ ਦਿੱਤਾ, ਸੋ ਉਹਨਾਂ ਦੀ ਅਲ ਰਾਜੇ ਪਈ ਹੈ। ਇੰਜ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਧਿਆਵੋ ਭਗਤਹੁ ਦਿਨ ਸਰਾਤ। हे ਸੰਤੋ, हे ਗੁਰਸਿੱਖੋ, हे ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰੇਮੀ ਭਗਤੋ, ਦਿਨ ਰਾਤ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਣਾ ਕਰੋ। ਕਈ ਨਾਸਤਿਕ ਪੁਰਖ ਕਹਿੰਦੇ ਵੀ ਰੱਬ ਨੂੰ ਵੀ ਸੌਣ ਦਿਓ। ਚਲੋ ਜੇ ਉਹਨਾਂ ਦੀ ਗੱਲ ਮੰਨ ਹੀ ਲਈਏ ਤੇ ਜਿਹੜੀਆਂ ਸੱਚਖੰਡ ਦੀਆਂ ਘੜੀਆਂ ਹਨ, ਉੱਥੋਂ ਦਾ ਟਾਈਮ ਹੈ। ਹੁਣ ਸਾਨੂੰ ਕੀ ਪਤਾ ਵੀ ਮਹਾਰਾਜ ਕਿਹੜੇ ਵੇਲੇ ਆਰਾਮ ਕਰਦਾ। ਇੱਥੇ ਰਾਤ ਬਾਅਦ ਚ ਪੈਂਦੀ ਹੈ ਤੇ ਦਿਨ ਪਹਿਲਾਂ ਚੜ੍ਹਦਾ। ਆਸਟ੍ਰੇਲੀਆ ਉਧਰਲਾ ਟਾਈਮ ਕੁਛ ਹੋ ਰਹੀ ਹੈ। ਧਰਤੀ ਦੇ ਇੱਕ ਸਿਰੇ ਤੇ ਆਸਟ੍ਰੇਲੀਆ ਤੇ ਦੂਸਰੇ ਸਿਰੇ ਤੇ ਅਮਰੀਕਾ ਕੈਨੇਡਾ ਨੇ, ਤੇ ਇੱਥੇ ਹੁਣ ਠੰਡ ਹੈ, ਆਸਟ੍ਰੇਲੀਆ ਗਰਮੀ ਹੋਊਗੀ। ਤੇ ਇਸ ਤਰੀਕੇ ਨਾਲ ਸੂਰਜ ਦਾ ਹਿਸਾਬ ਹੈ, ਦਿਨ ਰਾਤ ਉਹਦੇ ਤਰੀਕੇ ਨਾਲ ਬਣਦੇ ਨੂੰ। ਸੱਚਖੰਡ ਦਾ ਕੀਤਾ ਕਿਹੜਾ ਟਾਈਮ ਹੈ। ਤੇ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਰਾਮ ਦੀ ਤਾਂ ਜ਼ਰੂਰਤ ਹੀ ਨਹੀਂ ਹੈ, ਆਰਾਮ ਦਾ ਸਾਨੂੰ ਚਾਹੀਦਾ ਹੈ। ਤੇ ਇਸ ਵਾਸਤੇ ਜੇ ਆਪਾਂ ਹੋਰ ਕਾਰਜ ਰਾਤ ਨੂੰ ਵੀ ਕਰਦੇ ਹਾਂ, ਦਿਨੇ ਵੀ ਕਰਦੇ ਹਾਂ, ਤਾਂ ਸਾਨੂੰ ਕਾਮਯਾਬੀ ਮਿਲਦੀ ਹੈ। ਇਸ ਲਈ ਇਹ ਬਚਨ ਸਹੀ ਨਹੀਂ ਹੈ। ਇਹ ਸੰਤੋ ਤੇ ਭਗਤੋ, ਜਦੋਂ ਵੀ ਤੁਹਾਡਾ ਦਿਲ ਕਰੇ ਦਿਨ ਅਤੇ ਰਾਤ ਉਸ ਮਹਾਰਾਜ ਦੀ ਭਗਤੀ ਕਰੋ ਜਿਨ੍ਹਾਂ ਭਗਤੀ ਕੀਤੀ ਹੈ। ਅੰਤ ਲਈ ਛਡਾਇਆ, ਅੰਤ ਦੇ ਵਕਤ ਅਖੀਰ ਸਮੇਂ ਜਮਾ ਆਦਿਕਾਂ ਤੋਂ ਵੀ ਮਹਾਰਾਜ ਬਚਾ ਲੈਂਦਾ, ਬਚਾ ਲਵੇਗਾ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਵਿੱਚ ਅਮਰੇਟਾ। ਰਵਿਦਾਸ ਜੀ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਪਾਣਾ ਗੰਢੈ ਰਾਹ ਵਿੱਚ ਕੁਲਾ ਧਰਮ ਤੋਏ ਢੋਰ ਸਮੇਟਾ। ਜਿਉ ਕਰ ਮੈਂ ਲੈ ਚੀਥੜ ਹੀਰਾ ਲਾਲ ਅਮੋਲ ਪਲੇਟਾ। ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਨਾਮਣ ਆਇਆ ਸੰਗ ਮੇਲ ਪਾ ਨਾਰਸ ਕਰ ਗੰਗਾ ਥੇਟਾ। ਕੱਢ ਕਸੀਰਾ ਸੌਪਿਆ ਰਵਿਦਾਸੈ ਗੰਗਾ ਦੀ ਭੇਟਾ। ਲੱਗਾ ਪੁਰਬਾ ਭੀਜਦਾ ਡਿਠਾ ਚਲਤ ਅਚਰਜ ਅਮੇਟਾ। ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਬੇਟਾ। ਭਗਤ ਜਨਾ ਹਰ ਮਾਂ ਪਿਓ ਬੇਟਾ। ਜਿਹੜੇ ਸੰਤ ਭਗਤ ਮਹਾਰਾਜ ਦੇ ਨਾਮ ਨੂੰ ਧਿਆਉਂਦੇ ਨੇ, ਵਾਹਿਗੁਰੂ ਅਕਾਲ ਪੁਰਖ ਜਿਵੇਂ ਮਾਂ ਪਿਓ ਪ੍ਰੇਮ ਕਰਦਾ, ਰੱਖਿਆ ਕਰਦਾ, ਇਸ ਤਰ੍ਹਾਂ ਪ੍ਰਤੱਖ ਹੋ ਕੇ ਉਹਨਾਂ ਨੂੰ ਦਰਸ਼ਨ ਦਿੰਦਾ, ਆਪਦੇ ਗੱਲ ਲਾਉਂਦਾ ਔਰ ਉਹਨਾਂ ਦੀ ਰੱਖਿਆ ਕਰਦਾ ਹੈ। ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਇਸ ਲਈ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਹੈ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ। ਜਪਿਓ ਹਰ ਜੈਸੇ ਦੀਨ ਦਇਆਲ ਭਰੋਸੇ ਤੇਰੇ। ਸਭ ਪਰਿਵਾਰ ਚੜਾਇਆ ਬੇੜੇ। ਜਿਨ ਸੇਵਿਆ ਤਿਨ ਸੁਖ ਪਾਇਆ। ਸੋ ਜਿਨ੍ਹਾਂ ਨੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਸੇਵਨ ਕੀਤਾ, ਭਜਨ ਸਿਮਰਨ ਕੀਤਾ ਹੈ, ਜਿਨ ਸੇਵਿਆ ਤਿਨ ਪਾਇਆ ਮਾਨ। ਉਹਨਾਂ ਅਦਬ ਸਤਿਕਾਰ ਪਾਇਆ ਹੈ। ਨਾਨਕ ਗਾਵੀਏ ਗੁਣੀ ਨਿਧਾਨ। ਇਸ ਲਈ ਹੇ ਗੁਰਮੁਖੋ, ਤੁਸੀਂ ਵੀ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਅਕਾਲ ਪੁਰਖ ਨੂੰ ਧਿਆਉਣਾ ਕਰੋ।
जिन्हां ने सेविया तिन्हां ने सुख पाया है। हर नाम समाया आत्मक आनंद प्राप्त कर लिया, क्योंकि नामी परमेश्वर विच या प्रभु दे नाम दे विच उन्हां दा मन समा गया, लीन हो गया। इसलिए सर्व सुखां का दाता सतगुर ताकि सरणी पाई है। दर्शन भेटत होत आनंदा, दुख गया हर गई है। हरस पीवो भाई, नाम जपो हो, नामो आराधो, गुरपुरे की सरनाई। सच्चे पातशाह कृपा करन असी ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਉਹਨਾਂ ਦੀ ਬਾਣੀ ਦੇ ਨਿਤਨੇਮੀ ਹੋਈਏ। ਨਾਮ ਸਿਮਰਨ ਵਿੱਚ ਸਾਡਾ ਚਿੱਤ ਜੁੜ ਜਾਏਗੀ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼ਰਵਣ ਬਾਣੀ ਸੋ ਜਸ ਪੂਰ ਰੱਖੋ। ਸੋ ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸ਼ਰਵਣ ਬਾਣੀ ਸੋ ਜਸ ਪੂਰ ਰੱਖੋ। ਮਨ ਸੋ ਮਦ ਕਰ ਕਰੋ ਤੇ ਚਰਨ ਹਿਰਦੇ ਤਰੋ, ਰਸਨਾ ਅੰਮ੍ਰਿਤ ਰਾਮ ਨਾਮ ਭਾਖੋ। ਇਹੋ ਮਹਾਰਾਜ ਨੇ ਆਖਿਆ ਵੀ ਸਾਰੇ ਇੰਦਰੇ ਤਾਂ ਸਫਲ ਹਨ ਜੇ ਗੁਰੂ ਚਰਨਾਂ ਦੇ ਵਿੱਚ ਚਿੱਤ ਜੁੜ ਜਾਏ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਵੇ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ, ਅੱਗੇ ਤੋਂ ਸਮਤ ਬਖਸ਼ਣੀ। ਹਰ ਧਿਆਵਹੁ ਭਗਤਹੁ ਦਿਨ ਸਰਾਤ, ਅੰਤ ਲਏ ਛੜਾਇਆ। ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਕੋ ਗਾਵੋ ਹਰੀ ਕੇਰਾ ਮਨ, ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਵੈ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਘਰ ਦੇਰਾ ਸਭ ਕਿਛ ਜਿਸ ਦੇ ਸੋ ਪਾਵੇ।